ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਦੇ ਪੰਡਿਤ ਲੋਕਾਂ ਦਾ ਅਨੰਦਪੁਰ ਪੁੱਜਣਾ। ਕੁਝ ਦਿਨ ਵਿੱਚ ਹੀ ਕਸ਼ਮੀਰ ਦੇ ਪੰਡਿਤ ਪੰਧ ਮਾਰਦੇ ਪੜਾਅ 'ਤੇ ਪੜਾਅ ਕਰਦੇ ਸ਼੍ਰੀ ਅਨੰਦਪੁਰ ਸਾਹਿਬ ਆ ਪੁੱਜੇ। ਅੱਗੇ ਉਹਨਾਂ ਦੇਖਿਆ ਕਿ ਸੰਗਤਾਂ ਦੀਆਂ ਰੌਣਕਾਂ ਹਨ ਅਤੇ ਚਾਰੇ ਪਾਸਿਓਂ ਪ੍ਰੇਮੀ ਗੁਰਸਿੱਖ ਗੁਰਬਾਣੀ ਦੇ ਪਾਠ ਕਰਦੇ ਅਨੰਦਪੁਰ ਵੱਲ ਆ ਤੇ ਜਾ ਰਹੇ ਹਨ। ਨਗਰੀ ਵਿੱਚ ਪਹੁੰਚਦੇ ਹੀ ਨਗਰੀ ਦੇ ਨਾਮ ਨੇ ਹੀ ਦੁਖੀ ਪੰਡਤਾਂ ਨੂੰ ਧੀਰਜ ਦਿੱਤਾ, ਪਰ ਉੱਧਰੋਂ ਮੌਹਲਤ ਦੇ ਥੋੜ੍ਹੇ ਦਿਨ ਬਾਕੀ ਸਨ ਅਤੇ ਕਸ਼ਮੀਰ ਦੇ ਸੂਬੇ ਸ਼ੇਰ ਅਫਗਾਨ ਖਾਨ ਦੀ ਇਹਨਾਂ ਉੱਚ ਜਾਤੀ ਹਿੰਦੂਆਂ ਉੱਤੇ ਕਰੜੀ ਨਿਗਾਹ ਸੀ। ਉਹ ਔਰੰਗਜ਼ੇਬ ਦੇ ਇਸ ਹੁਕਮ ਦੀ ਪਾਲਣਾ ਸਭ ਤੋਂ ਪਹਿਲੇ ਕਰਕੇ ਦਿਖਾਉਣਾ ਚਾਹੁੰਦਾ ਸੀ ਕਿ ਇੱਥੇ ਹਿੰਦੁਸਤਾਨ ਵਿੱਚ ਰਾਜ ਪ੍ਰਬੰਧ ਹੁਣ ਇਸਲਾਮੀ ਢੰਗ ਨਾਲ ਚਲਾਇਆ ਜਾਵੇਗਾ। ਲੋਕਾਂ ਦਾ ਜੀਵਨ ਇਸਲਾਮੀ ਸ਼ਰ੍ਹਾਂ ਅਤੇ ਕੁਰਾਨ ਦੀਆਂ ਆਇਤਾਂ ਮੁਤਾਬਿਕ ਢਾਲ ਦਿੱਤਾ ਜਾਏਗਾ ਅਤੇ ਇੱਥੇ ਇੱਕੋ ਹੀ ਮੁਸਲਮਾਨੀ ਮਤ ਹੀ ਬਣਾ ਦਿੱਤਾ ਜਾਏ। ਉਹ ਹਿੰਦੂਆਂ ਅਜੇ ਉਹ ਸਿੱਖਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਗਿਣਦਾ ਸੀ, ਨੂੰ ਕਾਫਰ ਆਖਦਾ ਸੀ ਅਤੇ ਕਹਿੰਦਾ ਸੀ ਕਿ ਇਹਨਾਂ ਨਾਲ ਉਹੀ ਸਲੂਕ ਕੀਤਾ ਜਾਵੇ ਜੋ ਕਾਫਰਾਂ ਨਾਲ ਕਰਨ ਦਾ ਇਸਲਾਮੀ ਸ਼ਰ੍ਹਾਂ ਹੁਕਮ ਦਿੰਦੀ ਹੈ। ਅਸਾਂ ਹਰ ਹਾਲਤ ਵਿੱਚ ਸਭ ਨੂੰ ਮੁਸਲਮਾਨ ਬਣਾਉਣਾ ਹੈ, ਭਾਵੇਂ ਜੋ ਕੁਝ ਵੀ ਕਰਨਾ ਪਵੇ। ਸਖਤੀ, ਅਤਿਆਚਾਰ, ਲੋਭ ਲਾਲਚ ਘੱਟ ਨਹੀਂ ਕਰਨੀ। ਉਸ ਦੇ ਹੁਕਮ ਅਨੁਸਾਰ ਹੀ ਅਨੇਕਾਂ ਮੰਦਰ ਢਾਹ ਦਿੱਤੇ, ਮਸੀਤਾਂ ਬਣਾ ਦਿੱਤੀਆਂ ਗਈਆਂ ਸਨ, ਪਰ ਕਸ਼ਮੀਰ ਵਿੱਚ ਉਸਨੇ ਸਖਤੀ ਹੱਦੋਂ ਵੱਧ ਇਸ ਲਈ ਸ਼ੁਰੂ ਕਰ ਦਿੱਤੀ ਸੀ ਕਿ ਉਹ ਅਕਲਮੰਦ ਲੋਕਾਂ ਨੂੰ ਵੱਧ ਤੋਂ ਵੱਧ ਇਸਲਾਮੀ ਦਾਇਰੇ ਵਿੱਚ ਲੈ ਆਉਣਾ ਚਾਹੁੰਦਾ ਸੀ। ਸੋ ਇਹਨਾਂ ਖਿਆਲਾਂ ਦੇ ਅਧੀਨ ਕਸ਼ਮੀਰੀ ਪੰਡਤਾਂ ਉੱਤੇ ਬਿਪਤਾ ਆਈ ਸੀ ਅਤੇ ਉਹ ਮੌਹਲਤ ਲੈ ਕੇ ਆਪਣੇ ਬਚਾਅ ਲਈ ਆਸਰਾ ਢੂੰਡ ਤੇ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਸਨ। ਉਹਨਾਂ ਨੇ ਸਿੱਖਾਂ ਨੂੰ ਗੁਰੂ ਜੀ ਨਾਲ ਮਿਲਣ ਵਾਸਤੇ ਗੱਲ ਕੀਤੀ ਤਾਂ ਸਿੱਖਾਂ ਨੇ ਸ਼ਾਮ ਦੇ ਦੀਵਾਨ ਵਿੱਚ ਪੁੱਜਣ ਲਈ ਦੱਸ ਦਿੱਤਾ। ਸ਼ਾਮ ਨੂੰ ਦੀਵਾਨ ਸਜਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਵਾਨ ਵਿੱਚ ਪੁੱਜੇ ਤਾਂ ਪੰਡਿਤ ਲੋਕ ਪੁਕਾਰ ਲਈ ਪਹਿਲੇ ਹੀ ਪੁੱਜੇ ਹੋਏ ਸਨ। ਮੁਰਝਾਏ ਚਿਹਰੇ 'ਤੇ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਗੁਰੂ ਜੀ ਵੱਲੋਂ ਇਸ਼ਾਰਾ ਪਾਉਂਦੇ ਹੀ 2-4 ਮੁਖੀ ਪੰਡਿਤ ਅੱਗੇ ਹੋਏ ਅਤੇ ਉਹਨਾਂ ਔਰੰਗਜ਼ੇਬੀ ਅਤਿਆਚਾਰਾਂ 'ਤੇ ਜ਼ਬਰ ਦੀ ਕਹਾਣੀ ਸੁਣਾਉਂਦਿਆਂ ਕਿਹਾ, ਸਭ ਦੇਵੀ ਦੇਵਤੇ ਮਨਾਏ ਹਨ, ਅਮਰਨਾਥ ਦੇ ਮੰਦਰ ਵੀ ਗਏ ਹਾਂ, ਪਰ ਕਿਸੇ ਵੀ ਸਾਡੀ ਰੱਖਿਆ ਲਈ ਬਾਹ ਨਹੀਂ ਫੜੀ। ਅਸਾਂ ਮੌਹਲਤ ਲਈ ਹੈ, ਮੌਹਲਤ ਦੇ ਦਿਨ ਲੰਘ ਗਏ ਤਾਂ ਫਿਰ ਸਾਡੇ ਸਾਰੇ ਹੀ ਮਾਰੇ ਜਾਵਾਂਗੇ। ਤੁਹਾਡੀ ਸ਼ਰਨ ਆਏ ਹਾਂ, ਤੁਸੀਂ ਸਾਡੀ ਰੱਖਿਆ ਕਰੋ, ਸਾਨੂੰ ਕਿਵੇਂ ਇਹਨਾਂ ਦੁੱਖਾਂ ਤੋਂ ਬਚਾਓ। ਅੰਤਰਜਾਮੀ ਸਤਿਗੁਰੂ ਜੀ ਨੇ ਸੁਣਿਆ, ਉਹ ਸੋਚੀ ਪੈ ਗਏ। ਇਸ ਸਮੇਂ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਸ਼ਬਦ ਚੇਤੇ ਆਏ ਜੋ ਗੁਰੂ ਤੇਗ ਬਹਾਦਰ ਜੀ ਦਾ ਨਾਮ ਰੱਖਣ ਸਮੇਂ ਉਹਨਾਂ ਨੇ ਕਹੇ ਸਨ, ਇਹ ਮੇਰਾ ਪੁੱਤਰ ਤੇਗ ਦਾ ਧਨੀ ਅਤੇ ਤੇਗਾਂ ਨੂੰ ਰੋਕਣ ਵਾਲਾ ਬਹਾਦਰ ਪੈਦਾ ਹੋਇਆ ਹੈ। ਇਸ ਨੇ ਜ਼ਾਲਮਾਂ ਦੀਆਂ ਚਲਦੀਆਂ ਤਲਵਾਰਾਂ ਨੂੰ ਆਪਣੇ ਤੇਜ ਤਪ ਨਾਲ ਖੁੰਡਿਆਂ ਕਰ ਦੇਣਾ ਹੈ। ਇਹ ਸ਼ਬਦ ਕਹਿ ਕੇ ਉਹਨਾਂ ਪੁੱਤਰ ਦਾ ਨਾਮ ਤੇਗ ਬਹਾਦਰ ਰੱਖਿਆ ਸੀ ਅਤੇ ਮਾਤਾ ਨਾਨਕੀ ਜੀ ਨੇ ਇਹ ਸ਼ਬਦ ਉਹਨਾਂ ਨੂੰ ਕਈ ਵਾਰ ਕਹੇ ਸਨ, ਪਰ ਇਸ ਦੇ ਨਾਲ ਹੀ ਸੋਚਾਂ ਵਿੱਚ ਸਨ ਕਿ ਸਿੱਖੀ ਦੀ ਰਾਖੀ ਲਈ ਅਜੇ ਸਾਡੀ ਲੋੜ ਹੈ। ਪਰ ਇਸ ਸਮੇਂ ਇਹਨਾਂ ਸੋਚਾਂ ਦੇ ਵਿੱਚ ਹੀ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਬਾਹਰੋਂ ਖੇਡਦੇ ਖੇਡਦੇ ਦੀਵਾਨ ਵਿੱਚ ਆ ਗਏ। ਗੁਰੂ ਜੀ ਨੇ ਸਾਹਿਬਜ਼ਾਦਾ ਜੀ ਨੂੰ ਪਿਆਰ ਅਤੇ ਆਦਰ ਨਾਲ ਹੀ ਆਸਣ 'ਤੇ ਬਿਠਾ ਲਿਆ। ਸਾਹਿਬਜ਼ਾਦਾ ਜੀ ਨੇ ਵੇਖਿਆ ਕਿ ਕੁਝ ਲੋਕ ਜਿਨ੍ਹਾਂ ਦੇ ਚਿਹਰੇ ਗਮਗੀਨ ਅਤੇ ਉਦਾਸ ਜਿਹੇ ਸਿਰ ਸੁੱਟੀ ਸਾਹਮਣੇ ਹੱਥ ਜੋੜੀ ਖੜ੍ਹੇ ਸਨ। ਉੱਧਰ ਗੁਰੂ ਜੀ ਵੀ ਚੁੱਪ ਹੋਏ ਕੁਝ ਸੋਚਾਂ ਹੀ ਸੋਚ ਰਹੇ ਸਨ। ਬਾਲਕਾਂ ਵਾਲੀ ਚੰਚਲਤਾ ਨਾਲ, ਪਰ ਨਾਲ ਹੀ ਸਿਆਣਪ ਅਤੇ ਗੰਭੀਰਤਾ ਵੀ ਉੱਚ ਦਰਜੇ ਦੀ ਦਿਖਾਉਂਦੇ ਹੋਇਆਂ ਪੁੱਛਣ ਲੱਗੇ, ਪਿਤਾ ਜੀ ਇਹ ਕੌਣ ਹਨ? ਨਾਲੇ ਤੁਸੀਂ ਚੁੱਪ ਹੋ, ਕੀ ਸੋਚ ਰਹੇ ਹੋ? ਅੱਗੇ ਤਾਂ ਤੁਹਾਨੂੰ ਇੰਨੀ ਡੂੰਘੀ ਸੋਚ ਵਿੱਚ ਮੈਂ ਕਦੇ ਨਹੀਂ ਦੇਖਿਆ। ਸਾਹਿਬਜ਼ਾਦਾ ਜੀਓ, ਗੁਰੂ ਜੀ ਨੇ ਪਿਆਰ ਨਾਲ ਗੋਦ ਵਿੱਚ ਬਿਠਾਉਂਦਿਆਂ ਕਿਹਾ, ਗੱਲ ਹੀ ਚਿੰਤਾ ਵਾਲੀ ਹੈ। ਸਮੇਂ ਦੇ ਹਾਕਮ ਵੱਡੇ ਅਨਿਆਈ ਹੋ ਗਏ ਹਨ, ਪੱਥਰ ਦਿਲ ਬਣ ਕੇ ਜ਼ੋਰ ਜ਼ਬਰ ਦੀ ਹਨੇਰੀ ਚਲਾ ਰਹੇ ਹਨ। ਉਹਨਾਂ ਦੀ ਆਤਮਾ ਕਠੋਰ ਅਤੇ ਇਤਨੀ ਨਿਰਦਈ ਹੋ ਗਈ ਹੈ ਕਿ ਧਰਮ ਦੇ ਨਾਂ 'ਤੇ ਹੀ ਜ਼ੁਲਮ ਕਰ ਰਹੇ ਹਨ। ਹਿੰਦੀਆਂ ਵਿੱਚ ਅਣਖ ਨਹੀਂ ਰਹੀ। ਇਹਨਾਂ ਦੀ
ਆਤਮਾ ਮੁਰਦਾ ਹੋ ਚੁੱਕੀ ਹੈ। ਜ਼ੋਰ ਜ਼ੁਲਮ ਦਾ ਟਾਕਰਾ ਕਰਨ ਦੀ ਇਹਨਾਂ ਵਿੱਚ ਹਿੰਮਤ ਨਹੀਂ ਰਹੀ। ਸੋਚ ਰਹੇ ਹਾਂ ਕਿ ਵੱਡੇ ਕੰਮ ਦੀ ਜ਼ਿੰਮੇਵਾਰੀ ਕੌਣ ਚੁੱਕੇ। ਇਹ ਜ਼ਿੰਮੇਵਾਰੀ ਕੋਈ ਆਤਮਾ ਹੀ ਚੁੱਕ ਸਕਦੀ ਹੈ। ਕੋਈ ਮਹਾਬਲੀ ਆਤਮਾ ਹੀ ਇਸ ਸਮੇਂ ਕੁਰਬਾਨੀ ਦੇ ਕੇ ਇਸ ਚੱਲ ਰਹੀ ਜ਼ੁਲਮ ਦੀ ਹਨੇਰੀ ਨੂੰ ਰੋਕ ਸਕਦਾ ਹੈ। ਪਰ ਅਜਿਹਾ ਉੱਚ ਆਤਮਾ ਤੇ ਪੁਰਸ਼ ਲੱਭੇ ਕਿੱਥੋਂ? ਇਸੇ ਚੀਜ਼ ਨੂੰ ਸੋਚ ਰਹੇ ਹਾਂ। ਅੱਛਾ, ਇਹ ਗੱਲ ਹੈ, ਆਖ ਕੇ ਪਿਤਾ ਜੀ ਦੀ ਗੋਦ ਵਿੱਚੋਂ ਉੱਠ ਬੈਠੇ ਤੇ ਖੜ੍ਹੇ ਹੋ ਗਏ। ਪਿਤਾ ਜੀ, ਮੈਂ ਵੀ ਕੁਝ ਸੋਚਿਆ ਹੈ। ਕੀ ਸੋਚਿਆ ਹੈ, ਦੱਸੋ ਲਾਲ ਜੀ। ਇਸ ਸਮੇਂ ਸੰਸਾਰ ਵਿੱਚ ਆਪ ਜੀ ਤੋਂ ਬਿਨਾਂ ਹੋਰ ਉੱਤਮ ਪੁਰਸ਼ ਕੋਈ ਨਹੀਂ ਹੈ। ਫਿਰ ਅਸੀਂ ਹੀ ਕੁਰਬਾਨੀ ਦਈਏ। ਆਪ ਜੀ ਤੋਂ ਬਿਨਾਂ ਇਹ ਕੁਰਬਾਨੀ ਦੇ ਕੇ ਇਹਨਾਂ ਮਜ਼ਲੂਮਾਂ ਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ ਮਿਲੇਗਾ। ਠੀਕ ਹੈ ਸਾਹਿਬਜ਼ਾਦਾ ਜੀ, ਤੁਸਾਂ ਠੀਕ ਸਮਝਿਆ ਹੈ। ਗੁਰੂ ਤੇਗ ਬਹਾਦਰ ਜੀ ਕੁਰਬਾਨੀ ਲਈ ਤਾਂ ਅੱਗੇ ਹੀ ਤਿਆਰ ਸਨ। ਉਹਨਾਂ ਨੂੰ ਇਹਨਾਂ ਹਾਕਮਾਂ ਦੇ ਅਤਿਆਚਾਰਾਂ ਦੀ ਖਬਰ ਆਸਾਮ ਵਿੱਚ ਹੀ ਤਾਂ ਮਿਲ ਗਈ ਸੀ। ਇਸੇ ਲਈ ਹੀ ਉਹ ਬਹੁਤ ਛੇਤੀ ਪੰਜਾਬ ਪਹੁੰਚੇ ਸਨ। ਗਿਆ ਤੋਂ ਲਿਖਿਆ ਹੁਕਮਨਾਮਾ ਜੋ ਆਉਂਦੇ ਸਮੇਂ ਪਟਨੇ ਦੀ ਸੰਗਤ ਵੱਲ ਲਿਖਿਆ ਸੀ, ਪਟਨੇ ਵਿੱਚ ਮੌਜੂਦ ਹੈ। ਉਸ ਵਿੱਚ ਲਿਖਿਆ ਹੈ ਕਿ ਸਾਹਿਬਜ਼ਾਦੇ ਦੀ ਸੰਭਾਲ ਰੱਖਣੀ ਤੇ ਜਦ ਅਸੀਂ ਫਿਰ ਲਿਖਾਂਗੇ ਤਾਂ ਇਹਨਾਂ ਨੂੰ ਭੇਜ ਦੇਣਾ। ਉਸ ਹੁਕਮਨਾਮੇ ਤੋਂ ਵੀ ਜ਼ਾਹਰ ਹੈ ਕਿ ਗੁਰੂ ਜੀ ਇਸ ਜ਼ੁਲਮ ਤੇ ਅਨਰਥ ਦੀ ਰੋਕਥਾਮ ਲਈ ਹੀ ਬਹੁਤ ਛੇਤੀ ਪੰਜਾਬ ਪਹੁੰਚੇ ਸਨ। ਤੇ ਹੁਣ ਉਹਨਾਂ ਨੂੰ ਜੇ ਕੋਈ ਸੋਚ ਸੀ ਤਾਂ ਉਹ ਕੇਵਲ ਸਿੱਖੀ ਦੇ ਬਾਗ ਦੀ ਤੇ ਸਾਹਿਬਜ਼ਾਦੇ ਦੀ ਸੀ। ਪਰ ਸਾਹਿਬਜ਼ਾਦਾ ਜੀ ਦੀ ਉੱਚ ਆਤਮਾ ਨੇ ਆਪ ਤੋਂ ਆਪ ਹੀ ਗੁਰੂ ਪਿਤਾ ਜੀ ਨੂੰ ਇਸ ਕੁਰਬਾਨੀ ਦੇ ਮੈਦਾਨ ਵਿੱਚ ਨਿਤਰਨ ਦੀ ਖੁੱਲ੍ਹ ਦੇ ਦਿੱਤੀ ਤਾਂ ਫਿਰ ਹੋਰ ਰੁਕਾਵਟ ਕਾਹਦੀ ਸੀ। ਉਹ ਆਪ ਤਾਂ ਅੱਗੇ ਹੀ ਵੱਡੇ ਵੈਰਾਗੀ ਤੇ ਤਿਆਗੀ ਸਨ। ਉਹਨਾਂ ਦੀ ਸਮਗਰ ਬਾਣੀ ਹੀ ਵੈਰਾਗ ਤੇ ਤਿਆਗ ਨਾਲ ਭਰੀ ਪਈ ਹੈ। ਸੋ ਸਾਹਿਬਜ਼ਾਦੇ ਦੀ ਗੱਲ ਸੁਣਦੇ ਹੀ ਉਹਨਾਂ ਦੀ ਚਿੰਤਾ ਦੂਰ ਹੋ ਗਈ ਤੇ ਉਹਨਾਂ ਨੇ ਦੁਖੀ ਪੰਡਤਾਂ ਨੂੰ ਕਿਹਾ, ਹੇ ਪੰਡਤੋ, ਧੀਰਜ ਰੱਖੋ। ਤੁਸਾਂ ਗੁਰੂ ਨਾਨਕ ਦੇ ਦਰਬਾਰ ਦੀ ਸ਼ਰਨ ਲਈ ਹੈ। ਜਾਓ ਔਰੰਗਜ਼ੇਬ ਦੇ ਹਾਕਮ ਸੂਬਾ ਕਸ਼ਮੀਰ ਨੂੰ ਆਖ ਦਿਓ ਕਿ ਜੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੇ ਤਾਂ ਬਾਕੀ ਸਾਰਾ ਹਿੰਦੁਸਤਾਨ ਆਪੇ ਹੀ ਮੁਸਲਮਾਨ ਬਣਨ ਲਈ ਤਿਆਰ ਹੋ ਜਾਵੇਗਾ। ਵਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿੱਡੀ ਵੱਡੀ ਕੁਰਬਾਨੀ ਲਈ ਤਿਆਰ ਹੋ ਗਏ ਸਨ। ਲੱਖਾਂ ਤੇ ਕਰੋੜਾਂ ਮਨੁੱਖਾਂ ਦੇ ਦੁੱਖਾਂ ਨੂੰ ਆਪਣੇ ਸਰੀਰ ਤੇ ਸਹਾਰਨ ਲਈ ਤਿਆਰ ਹੋ ਗਏ ਸਨ। ਇੰਨੀ ਵੱਡੀ ਕੁਰਬਾਨੀ ਫਿਰ ਕਿਸੇ ਆਪਣੀ ਗੱਲ ਲਈ ਨਹੀਂ, ਆਪਣੇ ਧਰਮ ਲਈ ਨਹੀਂ, ਬਲਕਿ ਦੂਜੇ ਦੇ ਧਰਮ ਨੂੰ ਬਚਾਉਣ ਲਈ ਹਿੰਦ ਦੀ ਚਾਦਰ ਬਣ ਕੇ ਕੌਮੀ ਅਣਖ, ਸਵੈਮਾਨ ਤੇ ਦੇਸ਼ ਰਕਸ਼ਾ ਲਈ ਆਪਣਾ ਸੀਸ ਕੁਰਬਾਨ ਕਰਨ ਲਈ ਤਿਆਰ ਹੋ ਪਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਪੁੱਜਣਾ ਕੁਝ ਦਿਨਾਂ ਪਿੱਛੋਂ ਹੀ ਜਿਵੇਂ ਕਸ਼ਮੀਰੀ ਪੰਡਤਾਂ ਨੇ ਸੂਬੇ ਸ਼ੇਰ ਅਫਗਾਨ ਨੂੰ ਗੁਰੂ ਤੇਗ ਬਹਾਦਰ ਜੀ ਦੀ ਆਖੀ ਗੱਲ ਕਹੀ ਤਾਂ ਉਸਨੇ ਉਸੇ ਦਿਨ ਹੀ ਤੇਜ਼ ਘੋੜ ਸਵਾਰਾਂ ਹੱਥ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿੱਤਾ। ਔਰੰਗਜ਼ੇਬ ਨੇ ਵੀ ਅੱਗੋਂ ਦੇਰ ਨਾ ਲਾਈ। ਉਸਨੇ ਇਸ ਗੱਲ ਨੂੰ ਗਣੀਮਤ ਮੌਕਾ ਜਾਣ ਕੇ ਉਸੇ ਦਿਨ ਹੀ ਗੁਰੂ ਤੇਗ ਬਹਾਦਰ ਜੀ ਵੱਲ ਬੁਲਾਉਣ ਲਈ ਅਹਿਦੀਏ ਭੇਜ ਦਿੱਤੇ। ਗੁਰੂ ਜੀ ਨੇ ਅਹਿਦੀਆਂ ਦੇ ਆਉਂਦੇ ਹੀ ਤਿਆਰੀ ਕਰ ਲਈ। ਮੁਖੀ ਸਿੱਖਾਂ ਨੂੰ ਗੁਰੂ ਘਰ ਦਾ ਸਭ ਕੰਮ ਸੰਭਾਲ ਕੇ ਝੱਟ ਹੀ ਤੁਰ ਪਏ। ਔਰੰਗਜ਼ੇਬ ਦਾ ਖਿਆਲ ਸੀ ਕਿ ਉਸ ਦੇ ਵਿਰੁੱਧ ਰਾਏ ਰੱਖ ਕੇ ਕੋਈ ਕਿੱਥੇ ਲੁਕ ਜਾਏਗਾ ਜਾਂ ਭੱਜ ਜਾਏਗਾ। ਸੋ ਉਹ ਸਮਝਦਾ ਸੀ ਕਿ ਛੇਤੀ ਹੀ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਕੇ ਸਭ ਭਾਰਤ ਨੂੰ ਮੁਸਲਮਾਨ ਬਣਾ ਲਏਗਾ। ਗੁਰੂ ਜੀ ਹਾੜ ਮਹੀਨੇ ਤੁਰ ਪਏ। ਆਪ ਸਵੈਬਾਦ ਦੇ ਰਸਤੇ ਗਏ ਤਾਂ ਨਵਾਬ ਸੈਫ ਖਾਂ ਨੇ ਚੁਮਾਸਾ ਕੱਟਣ ਲਈ ਗੁਰੂ ਜੀ ਨੂੰ ਆਪਣੇ ਕੋਲ ਠਹਿਰਾ ਲਿਆ। ਇੱਥੋਂ ਆਪ ਲਹਿਲ ਪਟਿਆਲੇ ਗਏ, ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ। ਔਰੰਗਜ਼ੇਬ ਕਾਹਲਾ ਪੈ ਗਿਆ। ਹੁਣ ਉਸ ਨੇ ਗੁਰੂ ਜੀ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਕਿ ਗੁਰੂ ਜੀ ਕਿਤੇ ਨੱਸ ਹੀ ਨਾ ਜਾਣ ਤੇ ਮੇਰਾ ਕੰਮ ਵਿੱਚੇ ਹੀ ਨਾ ਰਹਿ ਜਾਵੇ। ਜਿਉਂ-ਜਿਉਂ ਉਸ ਨੇ
ਯਤਨ ਕੀਤਾ। ਗੁਰੂ ਜੀ ਪੜਾਅ ਦਰ ਪੜਾਅ ਕਰਦੇ ਤੁਰਦੇ ਗਏ ਤੇ ਦਿੱਲੀਓਂ ਅੱਗੇ ਲੰਘ ਕੇ ਆਗਰੇ ਜਾ ਪੁੱਜੇ। ਆਪ ਸ਼ਹੀਦੀ ਦੇਣ ਲਈ ਤਿਆਰ ਹੋ ਕੇ ਘਰੋਂ ਤੁਰਨ ਵਾਲੇ ਗੁਰੂ ਜੀ ਦੇ ਫੜਨ ਦਾ ਉਸ ਨੇ ਇਨਾਮ ਰੱਖ ਦਿੱਤਾ। ਅਨੰਦਪੁਰ ਤੋਂ ਤੁਰੇ ਗੁਰੂ ਜੀ ਨੂੰ 4-5 ਮਹੀਨੇ ਹੋ ਗਏ, ਪਰ ਉਸ ਦੇ ਫੌਜੀਆਂ ਤੇ ਲੱਭਣ ਵਾਲਿਆਂ ਨੂੰ ਗੁਰੂ ਜੀ ਨਾ ਲੱਭੇ। ਫਿਰ ਆਪ ਹੀ ਉਹਨਾਂ ਨੇ ਆਗਰੇ ਜਾ ਕੇ 5 ਸਿੱਖਾਂ ਸਮੇਤ ਗ੍ਰਿਫਤਾਰੀ ਦਿੱਤੀ, ਜੋ ਬੜੇ ਕਰੜੇ ਪਹਿਰੇ ਵਿੱਚ ਦਿੱਲੀ ਲਿਆਂਦੇ ਗਏ। ਗੁਰੂ ਤੇਗ ਬਹਾਦਰ ਜੀ ਨੇ ਸੀਸ ਕੁਰਬਾਨ ਕਰਨਾ। ਗੁਰੂ ਜੀ 5 ਸਿੱਖਾਂ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ, ਬਾਬਾ ਬੁੱਢਾ ਜੀ ਦੀ ਅੰਸ਼ ਦਾ ਮੁਖੀ, ਭਾਈ ਊਦਾ ਤੇ ਭਾਈ ਚੀਨਾ ਸਮੇਤ ਇੱਕ ਵੱਡੀ ਸਾਰੀ ਹਵੇਲੀ ਵਿੱਚ ਬੰਦ ਕੀਤੇ ਗਏ, ਜਿਸ ਨੂੰ ਭੂਤਾਂ ਦਾ ਘਰ ਕਿਹਾ ਜਾਂਦਾ ਸੀ ਤੇ ਕੈਦ ਹੋਣ ਵਾਲਾ ਉਂਝ ਹੀ ਡਰ ਨਾਲ ਤਰਬਕ ਕੇ ਮਰ ਜਾਂਦਾ ਸੀ। ਅਨੇਕਾਂ ਹੀ ਔਰੰਗਜ਼ੇਬ ਨੇ ਇਸ ਹਵੇਲੀ ਵਿੱਚ ਕੈਦ ਕਰਕੇ ਮਾਰੇ ਸਨ। ਔਰੰਗਜ਼ੇਬ ਨੇ ਸਖਤੀ ਕੀਤੀ ਤਾਂ ਨਿਰੰਤਰ ਪ੍ਰਭੂ ਨਾਲ ਜੁੜੇ ਰਹਿਣ ਵਾਲੇ ਗੁਰੂ ਜੀ ਦੀ ਆਤਮਾ ਨੂੰ ਕੀ ਦੁੱਖ ਹੋ ਸਕਦਾ ਸੀ। ਉਹਨਾਂ ਸਭ ਕੁਝ ਖਿੜੇ ਮੱਥੇ ਸਹਾਰਿਆ ਤੇ ਉਹਨਾਂ ਦੇ ਚਿਹਰੇ ਦਾ ਜਲਾਲ ਹੋਰ ਵੀ ਵੱਧ ਗਿਆ। ਹੁਣ ਔਰੰਗਜ਼ੇਬ ਨੇ ਲਾਲਚ ਦਿੱਤੇ, ਪਰ ਇਹਨਾਂ ਨਾਸਵੰਦ ਚੀਜ਼ਾਂ ਦੇ ਲਾਲਚ ਵਿੱਚ ਮਹਾਨ ਤਿਆਗੀ ਤੇ ਵਿਰਾਗੀ ਕਿਵੇਂ ਆਉਂਦੇ। ਔਰੰਗਜ਼ੇਬ ਕਹਿੰਦਾ ਸੀ, ਜਾਂ ਕਰਾਮਾਤ ਵਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮੌਤ ਕਬੂਲ ਕਰੋ, ਪਰ ਗੁਰੂ ਜੀ ਨੇ ਪਹਿਲੀਆਂ ਦੋਵੇਂ ਗੱਲਾਂ ਤੋਂ ਇਨਕਾਰ ਤੇ ਤੀਜੀ ਗੱਲ ਹੱਸ ਕੇ ਮਨਜ਼ੂਰ ਕਰ ਰਹੇ ਸਨ। ਔਰੰਗਜ਼ੇਬ ਨੇ ਧੋਖੇ ਕੀਤੇ, ਪਰ ਗੁਰੂ ਜੀ ਨੂੰ ਧੋਖਾ ਕੌਣ ਦੇ ਸਕਦਾ ਸੀ। ਫਿਰ ਉਸਨੇ ਪਹਿਲੇ ਸਿੱਖਾਂ 'ਤੇ ਸਖਤੀ ਕਰਕੇ ਵੇਖਣ ਦਾ ਯਤਨ ਕਰਕੇ ਬਾਕੀਆਂ ਨੂੰ ਡੁਲਾਉਣਾ ਚਾਹਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ 2 ਫਾੜ ਕਰਾ ਦਿੱਤਾ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲ ਦਿੱਤਾ, ਪਰ ਇੰਨੀ ਸਖਤੀ ਕਰਕੇ ਵੀ ਉਹ ਆਪਣੀ ਈਨ ਸ਼ਰਤ ਕਿਸੇ ਨੂੰ ਨਾ ਮਨਾ ਸਕਿਆ। ਪਰ ਬਾਕੀ ਸਖਤੀ ਵੇਖ ਕੇ ਕੁਝ ਡੋਲੇ ਤਾਂ ਮਹਾਨ ਆਤਮਾ ਤੇ ਭਾਣੇ ਦੇ ਮਾਲਕ ਪ੍ਰਭੂ ਨੇ ਬਾਕੀ 3 ਸਿੱਖਾਂ ਨੂੰ ਇਸ ਕਾਰਗ੍ਰਸਤ ਜੇਲ੍ਹ ਵਿੱਚੋਂ ਕੱਢ ਦਿੱਤਾ। ਉਹਨਾਂ ਦੇ ਸੰਗਲ ਤੇ ਹੱਥਕੜੀਆਂ ਤੇ ਬੂਹੇ ਆਪ ਤੋਂ ਆਪ ਹੀ ਖੁੱਲ੍ਹੇ ਤੇ ਫਿਰ ਬੰਦ ਹੋ ਗਏ। ਗੁਰੂ ਜੀ ਨੇ ਇਹ ਕਰਕੇ ਔਰੰਗਜ਼ੇਬ ਨੂੰ ਸਮਝਾਇਆ ਸੀ ਕਿ ਅਸੀਂ ਆਪ ਤੇਰੇ ਪਾਸ ਆਏ ਹਾਂ, ਵਰਨਾ ਤੇਰੀ ਸ਼ਕਤੀ ਸਾਨੂੰ ਨਹੀਂ ਪਕੜ ਸਕਦੀ ਤੇ ਅਸੀਂ ਤੇਰੀ ਪਕੜ ਵਿੱਚੋਂ ਵੀ ਇਹਨਾਂ ਸਿੱਖਾਂ ਦੇ ਨਿਕਲਣ ਵਾਂਗ ਨਿਕਲ ਸਕਦੇ ਹਾਂ, ਪਰ ਅਸੀਂ ਤੈਨੂੰ ਸਿੱਧੇ ਰਸਤੇ ਪਾਉਣ ਆਏ ਹਾਂ। ਤੂੰ 2 ਮਜ਼ਹਬਾਂ ਨੂੰ ਇੱਕ ਕਰਨਾ ਚਾਹੁੰਦਾ ਹਾਂ, ਪਰ ਇੱਥੇ 2 ਦੀ ਥਾਂ 3 ਹੋਣਗੇ। ਤੁਸੀਂ ਸ਼ਰ੍ਹਾਂ ਤੇ ਆਪਣੇ ਮਜ਼ਹਬ ਦੀ ਸੇਵਾ ਨਹੀਂ ਕਰ ਰਹੇ, ਸਗੋਂ ਇਸ ਨੂੰ ਬਦਨਾਮ ਕਰ ਰਹੇ ਹੋ। ਰੱਬ ਦੀ ਖਲਕਤ ਨੂੰ ਤੰਗ ਕਰਕੇ ਆਪਣਾ ਦੀਨ ਤੇ ਈਮਾਨ ਵਿਗਾੜ ਰਹੇ ਹੋ। ਤੁਸੀਂ ਬਹਿਸ਼ਤਾਂ ਸਵਰਗਾਂ ਦੀ ਆਸ ਲਾਈ ਬੈਠੇ ਹੋ, ਪਰ ਯਾਦ ਰੱਖੋ ਤੁਹਾਡੇ ਲਈ ਦੋਜ਼ਖਾਂ ਦੀ ਅੱਗ ਪੜ ਕਰਕੇ ਬਲ ਰਹੀ ਹੈ ਤੇ ਤੁਹਾਡੇ ਵਰਗੇ ਜ਼ਾਲਮਾਂ ਤੇ ਬੇਦੀਨਾਂ ਦੀ ਉਡੀਕ ਕਰ ਰਹੀ ਹੈ। ਨਿਰਭੈ ਗੁਰੂ ਜੀ ਦੀਆਂ ਨਿਰਭੈਤਾ ਵਾਲੀਆਂ ਗੱਲਾਂ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਇਹ ਕਿਸੇ ਤਰ੍ਹਾਂ ਵੀ ਕਾਬੂ ਨਹੀਂ ਆਉਣਗੇ। ਤਾਂ ਉਸਨੇ ਮੱਘਰ ਸੁਦੀ ਪੰਚਵੀ 1 ਮੱਘਰ 1732 ਵਾਲੇ ਦਿਨ ਗੁਰੂ ਜੀ ਨੂੰ ਚਾਂਦਨੀ ਚੌਂਕ ਵਿੱਚ ਖੜ੍ਹਾ ਕਰਕੇ ਸਭ ਦੇ ਸਾਹਮਣੇ ਕਤਲ ਕੀਤੇ ਜਾਣ ਦਾ ਹੁਕਮ ਸੁਣਾ ਦਿੱਤਾ। ਇਸ ਤੋਂ 2 ਦਿਨ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਪਰਖ ਕਰਕੇ ਜੋ ਪਿਛਲੇ ਗੁਰੂ ਸਾਹਿਬਾਂ ਦਾ ਗੁਰਤਾ ਦੇ ਸਮੇਂ ਦਾ ਦਸਤੂਰ ਸੀ, ਗੁਰਤਾ ਦੇਣ ਲਈ ਨਾਰੀਅਲ ਤੇ 5 ਪੈਸੇ ਅਨੰਦਪੁਰ ਭੇਜ ਦਿੱਤੇ ਸਨ। ਉੱਧਰੋਂ ਅਨੰਦਪੁਰੋਂ ਗੁਰੂ ਜੀ ਦੇ ਖਬਰ ਲੈਣ ਲਈ ਗੋਬਿੰਦ ਰਾਏ ਜੀ ਨੇ ਭਾਈ ਜੈਤੇ ਨੂੰ ਦਿੱਲੀ ਭੇਜਿਆ ਸੀ, ਜੋ ਸ਼ਹੀਦੀ ਵਾਲੇ ਦਿਨ ਤੋਂ ਪਹਿਲੇ ਪੁੱਜਾ, ਜਿਸ ਨੂੰ ਇਸ਼ਾਰੇ ਨਾਲ ਗੁਰੂ ਜੀ ਨੇ ਚੌਂਕ ਵਿੱਚ ਕੋਲ ਰਹਿਣ ਲਈ ਸਮਝਾ ਦਿੱਤਾ ਸੀ ਤੇ ਸੀਸ ਚੁੱਕ ਲਿਜਾਣ ਲਈ ਵੀ ਕਿਹਾ ਸੀ। ਚਾਂਦਨੀ ਚੌਂਕ ਵਿੱਚ ਬੈਠ ਕੇ ਗੁਰੂ ਜੀ ਨੇ ਪਹਿਲੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਇਸ਼ਾਰਾ ਕੀਤਾ ਕਿ ਤੇਗ ਚਲਾ ਦਿਓ। ਸਮਾਣੇ ਦੇ ਸੈਯਦ ਜਲਾਲਦੀਨ ਨੇ ਇਸ ਸਮੇਂ ਤੇਗ ਚਲਾਈ, ਪਰ ਉਸ ਨੂੰ ਐਉਂ ਭਾਸਿਆ
ਜਿਵੇਂ ਸੀਸ ਪਹਿਲੇ ਹੀ ਧੜ ਤੋਂ ਜੁਦਾ ਹੋ ਚੁੱਕਾ ਸੀ। ਉਸ ਨੇ ਵੇਖਿਆ ਕਿ ਉਸ ਦੀ ਤਲਵਾਰ 'ਤੇ ਲਹੂ ਦਾ ਨਿਸ਼ਾਨ ਹੀ ਕੋਈ ਨਹੀਂ ਸੀ। ਉਹ ਇਸ ਗੱਲ 'ਤੇ ਹੈਰਾਨ ਹੋ ਰਿਹਾ ਸੀ। ਆਮ ਸਿਰੜੀ ਆਦਮੀਆਂ ਦੀਆਂ ਕੁਰਬਾਨੀਆਂ ਵੀ ਰੰਗ ਲਿਆਉਂਦੀਆਂ ਹਨ, ਪਰ ਇਹ ਤਾਂ ਇਸ ਸਮੇਂ ਇੱਕ ਮਹਾਨ ਆਤਮਾ ਦੀ ਕੁਰਬਾਨੀ ਸੀ, ਜਿਸ ਨੇ ਕੁਦਰਤ ਨੂੰ ਵੀ ਲਾਲ ਕਰ ਦਿੱਤਾ। ਜ਼ੋਰ ਦਾ ਝੱਖੜ ਤੇ ਹਨੇਰੀ ਝੂਲ ਪਈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪੈਣ ਲੱਗਾ। ਇਸ ਸਮੇਂ ਭਾਈ ਜਾਤੇ ਨੇ, ਜੋ ਪਹਿਲੇ ਹੀ ਇਸੇ ਕੰਮ ਲਈ ਖੜ੍ਹਾ ਸੀ, ਫੁਰਤੀ ਨਾਲ ਅੱਗੇ ਵੱਧ ਕੇ ਗੁਰੂ ਜੀ ਦਾ ਪਵਿੱਤਰ ਸੀਸ ਚੁੱਕ ਲਿਆ ਤੇ ਵਲੇਟ ਕੇ ਸਿਰ 'ਤੇ ਰੱਖ ਕੇ ਹਨੇਰੀ ਝੱਖੜ ਵਿੱਚ ਹੀ ਦਿੱਲੀਓਂ ਨਿਕਲ ਕੇ ਯਮੁਨਾ ਪਾਰ ਹੋ ਗਿਆ। ਕੁਝ ਚਿਰ ਮਗਰੋਂ ਹੀ ਧੜ ਇਕੱਲਾ ਵੇਖ ਕੇ ਰੌਲਾ ਪੈ ਗਿਆ ਕਿ ਸਿਰ ਕਿੱਧਰ ਗਿਆ। ਸਭ ਚੁਕੰਨੇ ਹੋ ਗਏ, ਪਰ ਸਿਰ ਦਾ ਕੁਝ ਪਤਾ ਨਾ ਲੱਗਾ। ਧੜ ਸੰਧਿਆ ਹੋਣ ਤੋਂ ਪਹਿਲਾਂ ਤੱਕ ਚੌਂਕ ਵਿੱਚ ਹੀ ਪਿਆ ਸੀ। ਹਨੇਰੀ ਤੇ ਝੱਖੜ ਚੱਲ ਰਿਹਾ ਸੀ। ਇਸ ਸਮੇਂ ਲੱਖੀ ਸ਼ਾਹ ਲੁਬਾਣਾ ਆਪਣੇ ਗੱਡਿਆਂ ਦੀ ਵਹੀਰ ਨਾਲ ਚੌਂਕ ਵਿੱਚੋਂ ਲੰਘਣ ਲੱਗਾ ਤਾਂ ਉਸ ਦੇ ਮਨ ਵਿੱਚ ਸੇਵਾ ਕਰਨ ਦੀ ਉਮੰਗ ਉੱਠੀ। ਉਸ ਨੇ ਅੱਛੋ ਭਲੇ ਹੀ ਗੁਰੂ ਜੀ ਦਾ ਧੜ ਚੁੱਕ ਕੇ ਇੱਕ ਗੱਡੇ ਵਿੱਚ ਸਮਾਨ ਦੇ ਥੱਲੇ ਕਰਕੇ ਰੱਖ ਲਿਆ ਤੇ ਲੈ ਗਿਆ।